ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਇਸ ਜ਼ਿੰਦਗੀ ਦੇ ਅੰਦਰ ਇੱਕ ਐਸਾ ਬੀਜ ਬੋਣ ਦਾ ਸਮਾਂ ਮਿਲਿਆ ਹੈ, ਜਿਸ ਬੀਜ ਦਾ ਫਲ ਨਿਰੰਤਰ ਮਨੁੱਖ ਨੂੰ ਕਈ ਜਨਮਾਂ ਤੱਕ, ਕਈ ਜਨਮਾਂ ਦੀ ਮੈਲ ਧੋ ਦਿੰਦਾ ਹੈ। ਇਸ ਦਾ ਫਲ ਨਿਰੰਤਰ ਮਨੁੱਖ ਨੂੰ ਮਿਲਦਾ ਰਹਿੰਦਾ ਹੈ। ਪਰਮਾਤਮਾ ਜਦ ਵੀ ਮਹਾਨ ਬਖਸ਼ਿਸ਼ ਕਰਦੇ ਨੇ, ਔਰ ਮਹਾਨ ਬਖਸ਼ਿਸ਼ ਦੇ ਵਿੱਚੋਂ ਉਸ ਵਕਤ ਮਨੁੱਖ ਪਰਮਾਤਮਾ ਦੇ ਹੁਕਮ ਦੇ ਅੰਦਰ ਬੱਝ ਕੇ ਰਹਿ ਜਾਂਦਾ ਹੈ। ਭਾਵੇਂ ਸਾਰੀ ਸ੍ਰਿਸ਼ਟੀ ਹੁਕਮ ਅੰਦਰ ਬੱਝੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਪਰ ਫਿਰ ਵੀ ਮਨੁੱਖ ਆਪਣੇ ਜੀਵਨ ਕਾਲ ਦੇ ਅੰਦਰ ਉਹੀ ਕਰਮ ਕਰਦਾ ਹੈ ਜਿਹੜੇ ਕਰਮ ਕਰਨ ਵਾਸਤੇ ਉਸ ਨੂੰ ਪਰਮਾਤਮਾ ਜੀ ਪ੍ਰੇਰਿਤ ਕਰਦੇ ਨੇ। ਜਿਤਨੇ ਵੀ ਇਹ ਸਮਾਜ ਦੇ ਵਿੱਚ ਸਰੀਰ ਹੋਏ ਨੇ ਅੱਜ ਤੱਕ, ਜਿਨ੍ਹਾਂ ਨੇ ਹੁਕਮ ਮੰਨ ਲਿਆ, ਉਹਨਾਂ ਦਾ ਸਰੀਰ ਕਰਕੇ ਭਾਵੇਂ ਉਹ ਨਹੀਂ ਰਹੇ, ਪਰ ਨਾਮ ਕਰਕੇ ਉਹਨਾਂ ਦਾ ਹਮੇਸ਼ਾ ਹੀ ਦੁਨੀਆ ਉਹਨਾਂ ਨੂੰ ਸਜਦਾ ਕਰਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਨਾਮ ਰਹਿਓ ਸਾਧੂ ਰਹਿਓ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਗੁਰੂ ਦੇ ਮੰਤਰ ਨੂੰ ਜਪਿਆ, ਸਿਮਰਨ ਬੰਦਗੀ ਦੇ ਵਿੱਚ ਜਿਹੜੇ ਲੱਗੇ ਹੋਏ ਨੇ, ਉਹਨਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਗੁਰੂ ਦੇ ਹੁਕਮ ਦੇ ਅਨੁਸਾਰ ਹੀ ਆਪਣਾ ਜਿਹੜਾ ਜੀਵਨ ਬਤੀਤ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜੀਆਂ ਦੇ ਘਰ ਦੇ ਵਿੱਚ 5 ਸਪੁੱਤਰ ਅਤੇ 1 ਪੁੱਤਰੀ ਨੇ ਜਨਮ ਲੈਤਾ ਸੀ, ਜਿਨ੍ਹਾਂ ਦੇ ਵਿੱਚੋਂ ਇੱਕ ਸਪੁੱਤਰ ਛੇਵੇਂ ਪਾਤਸ਼ਾਹ ਮਹਾਰਾਜੀਆਂ ਦਾ ਬਾਬਾ ਗੁਰਦਿੱਤਾ ਜੀ ਹੋਏ ਨੇ। ਬਾਬਾ ਗੁਰਦਿੱਤਾ ਜੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਅੱਜ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਹੈ, ਉੱਥੇ 1613 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀਆਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਦੀ ਪਾਲਣ ਪੋਸ਼ਣਾ ਕੀਤੀ ਹੈ। ਬਾਬਾ ਗੁਰਦਿੱਤਾ ਜੀਆਂ ਦੀ 16 ਸਾਲ ਦੀ ਉਮਰ ਹੋਈ। 16 ਸਾਲ ਦੀ ਉਮਰ ਦੇ ਵਿੱਚ ਬਾਬਾ ਗੁਰਦਿੱਤਾ ਜੀਆਂ ਦਾ ਜਿਹੜੇ ਚਿਹਰਾ ਸੀ, ਨੈਣ ਨਕਸ਼ੇ ਸਨ, ਉਹ ਅਤਿਅੰਤ ਹੀ ਸੁੰਦਰ ਸਨ। ਬਾਬਾ ਗੁਰਦਿੱਤਾ ਜੀਆਂ ਦੇ ਚਿਹਰੇ ਨੂੰ, ਉਹਨਾਂ ਦੇ ਨੈਣ ਨਕਸ਼ਿਆਂ ਨੂੰ ਦੇਖ ਕੇ ਹਰ ਕੋਈ ਬਾਬਾ ਗੁਰਦਿੱਤਾ ਜੀਆਂ ਦਾ ਉਪਾਸ਼ਕ ਬਣ ਜਾਂਦਾ ਸੀ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਮਿਲਣ ਵਾਸਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀਆਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਆਏ ਨੇ। ਜਦ ਬਾਬਾ ਸ਼੍ਰੀ ਚੰਦ ਜੀ ਆਏ ਨਾ, ਤੇ ਬਾਬਾ ਸ਼੍ਰੀ ਚੰਦ ਜੀਆਂ ਨੇ ਬਾਬਾ ਗੁਰਦਿੱਤਾ ਜੀਆਂ ਨੂੰ ਦੇਖਿਆ। ਜਦ ਬਾਬਾ ਗੁਰਦਿੱਤਾ ਜੀਆਂ ਨੂੰ ਦੇਖਿਆ ਤੇ ਦੇਖਦਿਆਂ ਹੀ ਬਾਬੇ ਸ਼੍ਰੀ ਚੰਦ ਜੀਆਂ ਦੀ ਜ਼ੁਬਾਨ ਦੇ ਵਿੱਚੋਂ ਨਿਕਲਿਆ, ਕਹਿਣ ਲੱਗੇ, ਅੱਜ ਸਾਖਸ਼ਤ
ਬਿਲਕੁਲ ਸਰੂਪ ਨਏ ਨਕਸ਼ੇ ਇਨ ਬਿਨ ਬਿਲਕੁਲ ਅੱਜ ਇੰਜ ਲੱਗਦੇ ਨੇ ਕਿ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਦਾਸੀ ਤੋਂ ਬਾਅਦ ਹੁਣ ਮੈਨੂੰ ਫਿਰ ਮਿਲ ਗਏ ਹੁੰਦੇ ਨੇ। ਬਹੁਤ ਵੱਡਾ ਬਚਨ ਬਾਬਾ ਸ਼੍ਰੀ ਚੰਦ ਜੀ ਨੇ ਕੀਤਾ। ਅਕਸਰ ਬਾਬਾ ਸ਼੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਕੁਝ ਬਚਨ ਵਿਲਾਸ ਕੀਤੇ, ਕੁਝ ਬਚਨ ਵਿਲਾਸਾਂ ਦੇ ਵਿੱਚ ਇਹ ਵੀ ਮਹਾਰਾਜ ਨੂੰ ਬਚਨ ਕੀਤੇ ਕਿ ਤੁਸੀਂ ਆਪ ਜੀ ਕਿਰਪਾ ਕਰ ਦਿਓ ਕਿ ਇਹ ਜਿਹੜੇ ਤੁਹਾਡੇ ਸਪੁੱਤਰ ਨੇ ਨਾ ਬਾਬਾ ਗੁਰਦਿੱਤਾ ਜੀ, ਇਹ ਤੁਹਾਡੇ ਸਪੁੱਤਰ ਤੁਸੀਂ ਸਾਨੂੰ ਦੇ ਦਿਓ। ਕੀ ਕੋਈ ਬਾਬੇ ਵਾਸਤੇ ਵੀ ਹੈ ਤੁਹਾਡੇ ਸਪੁੱਤਰ? ਕਹਿਣ ਲੱਗੇ ਸਾਰੇ ਨੇ। ਜਦ ਸਾਰਿਆਂ ਦੀ ਗੱਲ ਕੀਤੀ ਤੇ ਉੱਥੇ ਬਾਬਾ ਸ਼੍ਰੀ ਚੰਦ ਜੀਆਂ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਇਹ ਜਿਹੜਾ ਬਾਬਾ ਗੁਰਦਿੱਤਾ ਜੀ ਹੈ ਇਹ ਸਪੁੱਤਰ ਸਾਨੂੰ ਦੇ ਦਿਓ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਜੋ ਤੁਹਾਡਾ ਬਚਨ ਹੈ ਠੀਕ ਹੈ, ਤੁਸੀਂ ਇਹ ਜਿਹੜਾ ਸਪੁੱਤਰ ਹੈ ਸਾਡਾ ਲੈ ਜਾਓ। सोलह साल की उम्र दे विच बाबा श्री चंद जियां नूं छेवें पातशाह महाराज जियां ने बाबा गुरदित्ता जी नूं सौंप दिता। और बाबा गुरदित्ता जियां दी प्रथाए बाबा श्री चंद जियां ने वचन किया। छेवें पातशाह महाराज नूं कहन लगे, जे तुसीं भी कुछ मंगना चाहुंदे हो तो मंग लो। कहंदे नहीं, गुरु की किरपा है, सब कुछ है। पर फिर भी बाबा श्री चंद जियां ने वचन किया, कहन लगे अज तुसी अपना एक बहुत सुंदर सोहना सपुत्र सानू दिता है ते 110 सालां दी जिहड़ी साडी सिमरन भजन बंदगी दी कमाई है वो सारी दी सारी असीं अज तो बाद गुरु घर दे विच अर्पण करदे हां। क्योंकि बाबा श्री चंद जी उदासीन संप्रदा दे नाल संबंध सन ते जद ये गुरु नानक देव साहिब जी महाराज जियां तो लैके छेवें पातशाह तक कुछ समा जिन्ना क विचार दी बतीत होया, इहदे विच कुछ ना कुछ विचारधारा सी जिहड़ी वो आपस विच दी नहीं मिली सी। तो अज छेवें पातशाह महाराज दे चरनां विच आके बाबा श्री चंद जी कहन लगे, असीं अपनी सारी दी सारी 110 सालां दी सिमरन बंदगी दी कमाई गुरु घर नूं अर्पण करदे हां। तुसीं सानूं इन्ना सुंदर सोहना सपुत्र दिता है, इतनी वड्डी जिहड़ी कमाई सी वो बाबा श्री चंद जी ने गुरु घर नूं दे दित्ती ते नाल ही बाबा गुरदित्ता जियां नूं लैके जिहड़े सी वो चले गए ते जिहड़ियां बाबा श्री चंद जी दियां 4 धूणियां सन, बाबा अलमस्त जियां दी, बाबो हसन जी जी, मोहिंदा दी अते फूल दी, ये सारी दियां सारियां धूणियां सी जिहड़ा बाबा श्री चंद जियां ने उदासीन संप्रदा वाला बाणा पा के ये चारे दियां चारियां धूणियां सी बाबे गुरदित्ते नूं सौंप दित्तियां। ते बाबे गुरदित्ते नूं जद ये सौंपियां ते उस वक्त सी जिहड़ा प्रचार दे विच ये सी सारे लग गए ने और बहुत वड्डे ये प्रचारक होए ने। जिहड़ा बाबा गुरदित्ता जियां दे प्रथाए कि शब्द उच्चारण किया जाता है ना, बाबा गुरदित्ता दीन दुनी का टिक्का, जो वर मंगिया सोई वर दिता। ये बाबा श्री चंद जियां ने जदों छेवें पातशाह महाराज ने बाबे गुरदित्ते नूं दिता है, उस वक्त बाबा श्री चंद जियां ने कहा सी, बाबा गुरदित्ता दीन दुनी का टिक्का, अज तक ये इन्ना सुंदर सोहना सपुत्र तुहाडा सी, तुहाडे मस्तक दा टिक्का सी, पर अज ये साडे भी मस्तक दा टिक्का बन चुकिया। अज तो बाद ये दीन दुनी दा टिक्का बन गया, दीन दुनी दा टिक्का बन गया। जद ये बचन किया ते बाबा श्री चंद जी बाबा गुरदित्ता जी नूं लै गए, उन्हां नूं अपनी गद्दी ते बिठा दिता। बाबा श्री चंद जी ने सारा कुछ सी जिहड़ा बाबा श्री चंद जी ने उन्होंने बाबा गुरदित्ता जी नूं सौंप दिता सी। ते कुछ हरसे तो लैके
जिस वक्त खालसा पंथ बहुत भीड़ दे विचों दी लंघिया ते उस वक्त जिहड़ा गुरुद्वारियां दा प्रबंध सी ये सारे दा सारा प्रबंध उदासीन संप्रदा दे अधीन ही चलदा रहा ते गुरुद्वारियां दे जिन्ने प्रचारक हुंदे सन, जिन्ना गुरुद्वारियां दा प्रचार करना, जिन्नी गुरुद्वारियां दी सांभ संभाल करनी, ये सारी दी सारी उदासीन संप्रदा दे कोल सी ते बड़े सुचज्जे ढंग दे नाल उन्हां ने सांभ संभाल कीती है। लम्मे हरसे तक सेवा संभाल करते रहे। जद बाबा श्री चंद जियां ने सारा कुछ इन्हां नूं सौंप दिता ते उस तो बाद जिहड़ा बाबा गुरदित्ता जियां सी, इन्हां ने फिर एक दिन मोई हुई गऊ नूं जिंदा किया, उहदे विच सवास पा दिते जिथे गुरुद्वारा साहिब जिंदवड़ी बनिया होया है। ते जदों इस गल का पता लग गया छेवें पातशाह हरगोबिंद साहिब जी महाराज नूं, ते एक सपुत्र ते छेवें पातशाह महाराज जी ने पहले ही सी जिहड़ा एक बाबा अटल राय जी नूं, उन्हां नूं ते पहले ही सरीर छड्डना पै गया सी कि तुसीं करामात क्यों दिखाई। जदों हुण दूजे सपुत्र का भी पता लग्या बाबे गुरदित्ता जियां दा कि इन्हां ने भी करामात अपनी दिखा के ते करामात दे नाल मोई हुई गऊ नूं जिउंदा कीता है, ते फिर छेवें पातशाह महाराज जी ने बाबा गुरदित्ता जियां नूं कहा, कहन लगे ये तुसीं करामात नहीं दिखाउणी सी, करामात नहीं तुहानूं दिखाउणी चाहिदी सी। जद ये वचन छेवें पातशाह महाराज जी ने किया ते उस वक्त फिर बाबा गुरदित्ता जियां ने जिमें ही छेवें पातशाह महाराज वचन करते हैं कि तुसीं ये करामात नहीं दिखाउणी सी, उस वक्त बाबा गुरदित्ता जियां ने फिर अपना जिहड़ा शरीर सीगा ये शरीर नूं लेखे ला दिता, क्योंकि जिस वक्त आप जी संगतां कीरतपुर साहिब, करतारपुर साहिब इधर सारे दर्शन दीदारे करन जाने, उत्थे इन्हां दे स्थान बने हुए ने। उस स्थान ते एक निम दे टहनी फड़ी हुई सी बाबा गुरदित्ता जियां दे हत्थ दे विच, ते निम दी टहनी ज्यों ही उन्होंने अपनी धरती ते गड्डी है ते अपना शरीर सी जिहड़ा वो छड़ दिता, वो शरीर छड़ दिता। इधरों जिहड़े सी गुरु साहिब जी महाराज ने जिहड़े बचन विलास कीते सन, उस तो बाद दे विच फिर जद बाबा गुरदित्ता जियां दे अगाह दो सपुत्र सी, क्योंकि बाबा गुरदित्ता जी सिख पंथ की बहुत वड्डी महान शख्सियत होए ने। वो किवें? बाबा गुरदित्ता जियां दा पिता छेवें पातशाह हरगोबिंद साहिब जी महाराज, बाबा गुरदित्ता जियां दे दादा जी गुरु अर्जन देव साहिब जी महाराज गुरता गद्दी ते विराजमान, बाबा गुरदित्ता जियां दे पड़दादा जी गुरु रामदास साहिब जी महाराज गुरता गद्दी ते विराजमान। पिता भी गुरु, दादा भी गुरु, पड़दादा भी गुरु। अगाह चल के छेवें पातशाह गुरु हरगोबिंद साहिब जी महाराज जी ने जिहड़ी अपनी गुरता गद्दी दिती, वो किहनूं दित्ती? गुरु हर राय साहिब जी। गुरु हर राय साहिब जी महाराज बाबा गुरदित्ता जियां दे सपुत्र सन, ते ये बाबा गुरदित्ता जियां दे सपुत्र भी गुरता गद्दी दे मालक, और हर राय साहिब जी महाराज जी ने गुरु हरकृष्ण साहिब जी महाराज नूं गुरता गद्दी दिती, ते गुरु हर राय साहिब जी महाराज जियां दे सपुत्र सन गुरु हरकृष्ण साहिब जी महाराज। तो बाबा गुरदित्ता जियां दा सपुत्र भी गुरता गद्दी दे मालक, और सपुत्र दे जिहड़ा गाहां पोतरियां दी थां लगदे सी गुरु हरकृष्ण साहिब जी महाराज, वो भी गुरता गद्दी ते विराजमान। ते अगाह चल के जिहड़े गुरु गोबिंद सिंह जी महाराज गुरता गद्दी ते सुभाईमान होए, वो भी बाबा गुरदित्ता जियां दे भतीजियां दी थां लगदे सन। तो सिख पंथ दी एक इतनी वड्डी महान शख्सियत बाबा गुरदित्ता जी होए ने, जिन्हां दे
ਦਾਦਾ ਪੜਦਾਦਾ ਪਿਤਾ ਪੁੱਤ ਪੋਤਰੇ ਭਤੀਜੇ ਸਭ ਦੇ ਸਭ ਇਹ ਗੁਰਤਾ ਗੱਦੀ ਤੇ ਬਿਰਾਜਮਾਨ ਸਨ। ਮਹਾਨ ਸ਼ਖਸੀਅਤ ਹੋਏ। ਇਹ ਗੁਰਤਾ ਗੱਦੀ ਦੀ ਇੰਝ ਹੀ ਰਸਮ ਚੱਲੀ ਸੀ। ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪੁੱਤ ਨੂੰ ਛੱਡ ਕੇ ਪੋਤਰੇ ਨੂੰ ਗੁਰਤਾ ਗੱਦੀ ਦਿੱਤੀ ਹੈ ਤੇ ਅਗਾਹਾਂ ਜਾ ਕੇ ਜਿਹੜੇ ਬਾਬਾ ਗੁਰਦਿੱਤਾ ਜੀਆਂ ਦੇ ਪੋਤਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਨ, ਉਹਨਾਂ ਨੇ ਪਿਛਾਂਹ ਮੁੜ ਕੇ ਆਪਣੇ ਦਾਦੇ, ਕਿਉਂਕਿ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਕੇ ਭਰਾ ਸਨ, ਤੇ ਉਹਨਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਵਾਪਸ ਮੁੜ ਕੇ ਆਪਣੇ ਦਾਦੇ ਨੂੰ ਗੁਰਤਾ ਗੱਦੀ ਦਿੱਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਸੋ ਇਹ ਜਿਹੜੇ ਬਾਬਾ ਗੁਰਦਿੱਤਾ ਜੀ ਹੋਏ, ਇਹ ਸਿੱਖ ਪੰਥ ਦੇ ਇਤਨੀ ਮਹਾਨ ਵੱਡੀ ਸ਼ਖਸੀਅਤ ਹੋਏ ਨੇ ਤੇ ਔਰ ਇਹਨਾਂ ਦਾ ਜਿਹੜਾ ਸਿਮਰਨ ਸੀ, ਇਹਨਾਂ ਦੀ ਜਿਹੜੀ ਬੰਦਗੀ ਸੀ, ਉਹ ਸਿੱਖ ਪੰਥ ਦੇ ਅੰਦਰ ਵੀ ਚੱਲਦੀ ਰਹੀ। ਔਰ ਜਿਹੜੀ ਗੁਰਤਾ ਗੱਦੀ ਅਤੇ ਸਾਰੀ ਜ਼ਿੰਦਗੀ ਦਾ 110 ਸਾਲਾਂ ਦਾ ਸਿਮਰਨ ਅਤੇ ਬੰਦਗੀ ਬਾਬਾ ਸ਼੍ਰੀ ਚੰਦ ਜੀ, ਔਰ ਇਹ ਬਾਬਾ ਸ਼੍ਰੀ ਚੰਦ ਜੀਆਂ ਦੀ ਗੁਰਤੀ ਤੇ ਗੁਰਤਾ ਗੱਦੀ ਤੇ ਬਹਿ ਕੇ ਵੀ ਜਿਹੜੇ ਸੀ ਉਹ ਪ੍ਰਚਾਰ ਕਰਦੇ ਰਹੇ। ਪਰ ਪ੍ਰਚਾਰ ਇਹ ਸੀ ਜਿਹੜਾ ਚੱਲਦਾ ਰਿਹਾ, ਇਹ ਸਾਰੇ ਦਾ ਸਾਰਾ ਪ੍ਰਚਾਰ ਚੱਲਦਾ ਰਿਹਾ ਪਰਮਾਤਮਾ ਦੇ ਘਰ ਦਾ, ਕਿ ਜਿਤਨਾ ਵੀ ਪ੍ਰਚਾਰ ਹੋਵੇ, ਜਿੰਨਾ ਵੀ ਰੂਹਾਂ ਨੂੰ ਜੋੜ ਸਕਦੇ ਆ, ਉਨੀਆਂ ਹੀ ਰੂਹਾਂ ਨੂੰ ਪਰਮਾਤਮਾ ਦੇ ਘਰ ਦੇ ਨਾਲ ਜੋੜਿਆ ਜਾਵੇ। ਤੇ ਇਹਨਾਂ ਬਾਬਾ ਗੁਰਦਿੱਤਾ ਜੀਆਂ ਨੇ ਅਨੇਕਾਂ ਤਰ੍ਹਾਂ ਦੇ, ਜਿਸ ਵਕਤ ਸਿੱਖ ਪੰਥ ਬੜੀ ਮਹਾਨ ਸ਼ਖਸੀਅਤ ਸਿੱਖ ਪੰਥ ਦੀ ਹੋਈ, ਜਿਨ੍ਹਾਂ ਨੇ ਇਹ ਗੁਰਤਾ ਗੱਦੀ ਤੇ ਬਾਬਾ ਸ਼੍ਰੀ ਚੰਦ ਜੀਆਂ ਦੀ ਗੁਰਤਾ ਗੱਦੀ ਤੇ ਬੈਠੇ ਰਹੇ ਤੇ ਪ੍ਰਚਾਰ ਸਾਰੇ ਰਲ ਕੇ ਕਰਦੇ ਰਹੇ, ਔਰ ਬਹੁਤ ਵੱਡੇ ਪ੍ਰਚਾਰਕ ਹੋਏ ਨੇ ਗੁਰੂ ਦੇ ਘਰ ਦੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਜਿਹੜਾ ਮਨੁੱਖ ਆਪਣੇ ਜੀਵਨ ਕਾਲ ਦੇ ਅੰਦਰ ਇਹੋ ਜਿਹੇ ਬੀਜ ਬੀਜਦਾ ਹੈ, ਉਹਨਾਂ ਦੀਆਂ ਅਗਾਹਾਂ ਅਤੇ ਪਿਛਲੀਆਂ ਕੁਲਾਂ ਤਰ ਜਾਂਦੀਆਂ ਨੇ। ਜਿਨ੍ਹਾਂ ਨੇ ਬੀਜ ਬੀਜਿਆ, ਜਿਨ੍ਹਾਂ ਦਾ ਸਭ ਕੁਝ, ਜਿਨ੍ਹਾਂ ਨੇ ਬੀਜ ਬੀਜਿਆ, ਜਿਨ੍ਹਾਂ ਨੇ ਹਜੇ ਤੱਕ ਭਾਵੇਂ ਬੀਜ ਨਹੀਂ ਬੀਜਿਆ, ਉਹਨਾਂ ਨੂੰ ਕੋਈ ਫਲ ਨਹੀਂ ਮਿਲਣ ਵਾਲਾ। ਭਾਵੇਂ ਕਿਸੇ ਨੇ ਵਾਹਨ ਨੂੰ ਤਿਆਰ ਕਰਕੇ ਰੱਖ ਲਿਆ ਹੋਵੇ, ਸਾਰਾ ਕੁਝ ਉਹਦੇ ਵਿੱਚ ਪਾ ਦਿੱਤਾ ਹੋਵੇ, ਪਰ ਜਿੰਨਾ ਟਾਈਮ ਬੀਜ ਨਹੀਂ ਨਾ ਪਾਉਂਦੇ, ਉਹਨਾਂ ਟਾਈਮ ਕੋਈ ਫਲ ਨਹੀਂ ਮਿਲਣ ਵਾਲਾ, ਕੋਈ ਬੂਟਾ ਨਹੀਂ ਉਗਰੇਗਾ ਉਸ ਦੇ ਵਿੱਚ। ਪਰ ਇਹ ਬੀਜ ਬੋਣਾ ਹੈ, ਤੇ ਬੀਜ ਇਹ ਬੋਣਾ ਹੈ ਪਰਮਾਤਮਾ ਦੇ ਨਾਮ ਦਾ। ਤੇ ਪਰਮਾਤਮਾ ਦੇ ਨਾਮ ਦਾ ਬੀਜ ਜਦ ਬੀਜ ਲਿਆ, ਤੇ ਫਿਰ ਜਿਹੜੇ तमाम ਦੁਨੀਆ ਦੀਆਂ ਸਾਰੇ ਬੀਜ ਇਸ ਦੇ ਵਿੱਚ ਹੀ ਆ ਜਾਂਦੇ ਨੇ। ਜੀਵਨ ਕਾਲ ਦੇ ਅੰਦਰ ਤੇ ਮਨੁੱਖ ਨੇ ਇੱਕੋ ਹੀ ਆਪਣਾ ਮਕਸਦ ਰੱਖਿਆ ਹੋਇਆ ਹੈ ਕਿ ਇਹ ਪਰਮਾਤਮਾ ਕਿਵੇਂ ਨਾ ਕਿਵੇਂ ਇਹ ਜ਼ਿੰਦਗੀ ਜਿਹੜੀ ਹੈ, ਇਹ ਸਵਾਸ ਜਿਹੜੇ ਨੇ ਇਹ ਸਫਲੇ ਹੋ ਜਾਣ। ਬੰਦਾ ਉਦਮ ਉਪਰਾਲੇ ਬੜੇ ਕਰਦਾ ਹੈ, ਬੜੇ ਉਦਮ ਉਪਰਾਲਿਆਂ ਦੇ ਵਿੱਚੋਂ ਮਨੁੱਖ ਨੂੰ ਲੱਖਾਂ ਯਤਨ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਮਿਲਦਾ। ਪਰ ਜਿਹਨੇ ਇੱਕ ਬੀਜ ਪਰਮਾਤਮਾ ਦੇ ਨਾਮ ਦਾ ਬੀਜ ਲਿਆ, ਉਹਨਾਂ ਨੂੰ ਇਹ ਸਮਾਜ ਦੇ ਵਿੱਚ, ਭਾਵੇਂ ਸਮਾਜ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ, ਕਿਉਂਕਿ ਸਮਾਜ ਦੇ ਨਾਲੋਂ ਉਹਨਾਂ ਦਾ ਰਸਤਾ ਜਿਹੜਾ ਹੈ ਉਹ ਵੱਖਰਾ ਹੋ ਜਾਂਦਾ ਹੈ। ਵੱਖਰਾ ਰਸਤਾ ਉਹ ਆਪਣਾ ਅਖਤਿਆਰ ਕਰ ਲੈਂਦੇ ਨੇ। ਸਮਾਜ ਤੇ ਉਹਨਾਂ ਟਾਈਮ ਹੀ ਮਨੁੱਖ ਦੀ ਪੂਜਾ ਕਰਦਾ ਹੈ ਜਿੰਨਾ ਟਾਈਮ ਉਹ ਸਮਾਜ ਦੀਆਂ ਗੱਲਾਂ ਨੂੰ ਮੰਨਦਾ ਰਹੇ। ਜਿੰਨਾ ਟਾਈਮ ਸਮਾਜ ਦੀਆਂ ਗੱਲਾਂ ਮੰਨੀਆਂ, ਸਮਾਜ ਉਹਨਾਂ ਟਾਈਮ ਕਹੇਗਾ ਕਿ ਬਹੁਤ ਹੀ ਚੰਗਾ ਮਨੁੱਖ ਹੈ, ਉਹਨਾਂ ਟਾਈਮ ਕਹੇਗਾ। ਪਰ ਜਿਸ ਦਿਨ ਰੱਬ ਦੀ ਗੱਲ ਮੰਨ ਕੇ ਆਪਣਾ ਰਸਤਾ ਖੁਦ ਅਪਣਾ ਲਿਆ ਮਨੁੱਖ ਨੇ, ਉਹਦੇ ਸਮਾਜ ਪ੍ਰਵਾਨ ਨਹੀਂ ਕਰੂਗਾ। ਉਹਦੇ ਸਮਾਜ ਕਦੇ ਪ੍ਰਵਾਨ ਨਹੀਂ ਕਰੂਗਾ। ਜਿਸ ਦਿਨ ਸਮਾਜ ਨੇ ਪ੍ਰਵਾਨ ਕਰਨਾ ਬੰਦੇ ਨੂੰ ਛੱਡ ਦਿੱਤਾ, ਤਾਂ ਸਮਝ ਲੈਣਾ ਕਿ ਅੱਜ ਇਹ ਮਾਰਗ ਤੇ ਚੱਲ ਪਿਆ ਹੈ। ਜਿੰਨਾ ਟਾਈਮ ਸਮਾਜ ਪੂਜਾ ਕਰ ਰਹੇ ਹਨ, ਉਹਨਾਂ ਟਾਈਮ ਨਹੀਂ ਗੱਲ ਬਣਨੀ, ਕਿਉਂਕਿ ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ।
इन्हां दा कदे जोड़ जुड़दा ही नहीं। तो समाज ने जिन्ने भी अज तक नाम सिमरन वालियां महान शख्सियतां होईयां ने, यह सब नूं किसी नूं सूली ते टंगिया, किसी नूं आरे दे नाल चीरिया गया, बंद बंद कट्टे गए, चरखड़ियां ते चाढ़े गए। जिन्हें अज तक परमात्मा के मार्ग ते जिहड़े परमात्मा के दसे हुए मार्ग ते चल रहे हैं। गुरु साहिब जी महाराज कृपा करन। तो गुरु साहिब जी महाराज कहते हैं कि जिन्हें अपने जीवन काल के अंदर एक बीज बीजिया है, सिर्फ एक, उन्हां दा ये जन्म है जिहड़ा ये सफला हो जाता है। और जन्म सफला करना ये नहीं है कि जे सारी दुनिया ने कह दिता भी बहुत चंगा है, बहुत चंगा है, बहुत चंगा, भी जन्म सफला हो गया। ये मत भुलेखे दे विच रहना, किसी ने मत भुलेखे दे विच रहना। क्योंकि दुनिया का की है, ये तो एको मिनट दे विच पलट भी जाती है। जेड़े चंगा कहते हैं माड़ा भी कहन लग जाते हैं, जेड़े माड़ा कहते हैं चंगा भी कहन लग जाते हैं, पलट जाते हैं। कोई बहुती प्रतीत वाली गल नहीं है। गुरु साहिब जी महाराज कृपा करते हैं कि जो गुरु नानक दा अकाल पुरख दा तैनूं कलाम मिले है, इस गुरबाणी दे अते गुरु दे इतिहास दे मुताबिक चल के अपना जीवन सफला करने दे यतन कर। जेड़ा तेरा ऐसा जीवन होवे कि जेड़े जन्मां जन्मां दी मैल लगी आ रही है, ये सारी दी सारी मैल धोती जावे, सारी मैल धोती जावे। ते जिस तरह धोतिया होया बर्तन, साफ किया होया बर्तन हर एक मनुख दे काम आ जाता है। तो गुरु साहिब जी महाराज कहते जिस दिन तेरे ये जन्मां जन्मां दे मैल धोती गई ना अंदरों नाम दे नाल, उदे तो सारी सृष्टि दे काम आवेगा। अज तो तू 2-4 जणिਆਂ दे काम आ रहे हैं ना, सारी सृष्टि दे काम आवेगा। और सारी दी सारी सृष्टि तेरे हुक्म दे फुल भी चढ़ावेगी। पर वो हुक्म तेरे बचन विलास ना होण, वो होण अकाल पुरख महाराज जियां दे बचन विलास। तो गुरु साहिब जी महाराज कहते जेड़े रब दे नाल जुड़ जाते ने, हर का सेवक सो हर जेहा भेद ना जानो मानस देहा। तो मानस देही है, परमात्मा कहते इहदे विच ते साडे विच कोई भिन्न भेद नहीं है। तो इस दे विच जेड़े बाबा गुरदित्ता जी जिन्हां दा 16 साल की उम्र दे विच इतना सुंदर सोहना शरीर, इतने सुंदर सोहने नैन नक्शे सी, जेड़े बाबा श्री चंद जियां ने खुद आप बेनती करके 6वें पातशाह महाराज जियां तो लैके आए सी। तो महान शख्सियत इस सिख पंथ दे अंदर इतना वड्डा इतिहास पिया है, जेड़े इतिहास दे विच जिन्ना टाइम भी असी एक जिंदगी ताकी भावें 10 जन्म भी इतिहास नूं फरोली जाइए तां भी इतिहास नहीं साडे कोल मुक्कण वाला। इतना वड्डा महान इतिहास गुरु साहिब जी महाराज जियां दा साडे कोल पिया है। तो 6वें पातशाह हरगोबिंद साहिब जी महाराज जियां ने अपना सुंदर सोहना सपुत्र बाबा गुरदित्ता जी बाबा श्री चंद जी नूं दिता, और लम्मा अरसा जिहड़ा सी वो प्रचार दे विच लगे रहे। आपना अपना जन्म सफला किया अते होरनां दे जिहड़े जन्म सीगे वो गुरु साहिब जी महाराज जियां ने किरपा सदका उन्होंने सफले किए। उन्होंने परमात्मा दे नाम दे नाल सब नूं जोड़िया है। और चेते रखना उही बंदा रब दे घर दे विच प्रवान हुंदा है जिहड़ा जवान अपनी विचों बोले ते जोड़े परमात्मा दे नाल। ते जिंदगी सुनन वाली भी उही सफली हुंदी है जिहड़ा जवान किसे दी बोलदी होवे पर जुड़े परमात्मा दे नाल। जिहड़ा कोई भी अपने नाल जोड़दा है जां कोई मनुख सुनन वाला उसदे देही दे नाल जुड़दा है, किसी नूं कुछ भी प्राप्त नहीं होने वाला, क्योंकि इन्हां देहां दा किसी दा कोई मान नहीं है। कद इस दे विचों हवा निकल जानी तो इसने खत्म हो जाना है। तो जिन्हें जुड़ना है वो गुरु दे शब्द दे नाल जुड़े। जिहड़ा गुरु दा शब्द जिथे जाके असी जे किसी दी देही दे नाल जुड़दे हां ते देही की है साडा साथ जिहड़ा है वो शमशान घाट तक निभा सकदी है, उस तो अगाह नहीं। पर गुरु दा शब्द
ਗੁਰੂ ਦਾ ਸ਼ਬਦ ਐਸਾ ਹੈ ਜਿਹੜਾ ਜਿਉਂਦਿਆਂ ਦਾ ਵੀ ਸਾਥ ਨਿਭਾਉਂਦਾ ਹੈ ਅਤੇ ਸ਼ਮਸ਼ਾਨ ਘਾਟ ਤੋਂ ਬਾਅਦ ਵੀ ਗੁਰੂ ਦਾ ਸ਼ਬਦ ਜਿਹੜਾ ਸਾਥ ਨਿਭਾਉਂਦਾ ਮਨੁੱਖ ਦਾ। ਹੁਣ ਇਹ ਗੱਲ ਮਨੁੱਖ 'ਤੇ ਖੜੀ ਹੈ ਕਿ ਉਹਨੇ ਸ਼ਮਸ਼ਾਨ ਘਾਟ ਤੱਕ ਹੀ ਆਪਣਾ ਸਾਥ ਲੈਣਾ ਜਾਂ ਉਸ ਤੋਂ ਅਗਾਹਾਂ ਵੀ ਲੈਣਾ ਹੈ। ਜਿਹਨੇ ਤੇ ਉੱਥੋਂ ਤੱਕ ਲੈਣਾ ਉਹ ਤਾਂ ਦੁਨੀਆ ਦੇ ਨਾਲ ਜੁੜਿਆ ਰਹੇ, ਦੁਨੀਆ ਸਾਥ ਦਿੰਦੀ ਹੈ, ਜਿਹੜੀ ਵਸਤੂ ਦੀ ਲੋੜ ਹੈ ਸਭ ਕੁਝ ਮਿਲੇਗਾ, ਪਰ ਸ਼ਮਸ਼ਾਨ ਘਾਟ ਤੋਂ ਅਗਾਹਾਂ ਵਾਲੀ ਜਿਹੜੀ ਵਸਤੂ ਹੈ ਉਹ ਕੇਵਲ ਗੁਰੂ ਦੇ ਸ਼ਬਦ ਨੇ ਸਾਥ ਦੇਣਾ ਹੈ, ਹੋਰ ਕੋਈ ਉਸ ਤੋਂ ਅਗਾਹਾਂ ਜਿਹੜਾ ਸਾਥ ਨਹੀਂ ਦੇ ਸਕਦਾ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ, ਮਹਾਨ ਸ਼ਖਸੀਅਤ ਸਿੱਖ ਪੰਥ ਦੀ ਬਾਬਾ ਗੁਰਦਿੱਤਾ ਜੀ, ਔਰ ਇਹਨਾਂ ਦਾ ਕੀਰਤਪੁਰ ਸਾਹਿਬ ਦੇ ਉਸ ਇਲਾਕੇ ਦੇ ਵਿੱਚ ਕਾਫੀ, ਕਰਤਾਰਪੁਰ ਸਾਹਿਬ ਦੇ ਵਿੱਚ ਕਾਫੀ ਇਹਨਾਂ ਦਾ ਵਿਚਰਨਾ, ਉਸ ਇਲਾਕੇ ਦੇ ਵਿੱਚ ਇਹਨਾਂ ਦਾ ਗੁਰੂ ਇਤਿਹਾਸ ਅਤੇ ਕਾਫੀ ਜਿਹੜਾ ਹੈ ਲੰਬਾ ਚੌੜਾ ਇਤਿਹਾਸ ਹੈ। ਮੈਂ ਸੰਗਤਾਂ ਦੇ ਸਾਹਮਣੇ ਸਿਰਫ ਇੱਕ ਸੰਖੇਪ ਦੇ ਵਿੱਚ ਰੱਖਿਆ, ਕਿਉਂਕਿ ਆਪਣੇ ਕੋਲ ਸਮਾਂ ਜਿਹੜਾ ਉਹ ਥੋੜ੍ਹਾ ਹੁੰਦਾ ਹੈ ਅਤੇ ਥੋੜ੍ਹੇ ਸਮੇਂ ਦੇ ਵਿੱਚ ਆਪਾਂ ਗੁਰ ਇਤਿਹਾਸ ਦਾ ਜਿਹੜਾ ਕੋਈ ਵੱਡਾ ਸਾਖੀ ਪ੍ਰਮਾਣ ਹੈ ਉਹਨੂੰ ਸ਼ੁਰੂ ਨਹੀਂ ਕਰ ਸਕਦੇ, ਕਿਉਂਕਿ ਜੇ ਸਾਖੀ ਪ੍ਰਮਾਣ ਆਪਾਂ ਅੱਧ ਵਿਚਕਾਰ ਛੱਡਾਂਗੇ ਫਿਰ ਉਹ ਗੱਲ ਨਹੀਂ ਬਣਦੀ। ਤੋਂ ਇਸ ਕਰਕੇ ਜਿਹੜਾ ਹੈ ਮੈਂ ਸੰਖੇਪ ਦੇ ਵਿੱਚ ਹੀ ਇਹ ਬਾਬਾ ਗੁਰਦਿੱਤਾ ਜੀਆਂ ਦਾ ਇਤਿਹਾਸ ਜਿਹੜਾ ਸੰਗਤਾਂ ਦੇ ਸਾਹਮਣੇ ਰੱਖਿਆ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਪਣਾ ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ, ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।